एवरीवन ਅੱਜ ਦਾ ਜੋ ਆਪਣਾ ਟੌਪਿਕ ਹੈ ਜੋ ਆਪਾਂ ਡਿਸਕਸ ਕਰਨ ਲੱਗ ਰਹੇ ਹਾਂ ਜਾ ਰਹੇ ਹਾਂ ਚੈਪਟਰ ਨੰਬਰ 2 ਕਨਸੈਪਟ ਆਫ ਕੰਪਿਊਟਰ ਯਾਨੀ ਕੰਪਿਊਟਰ ਦੇ ਕਨਸੈਪਟ ਬਾਰੇ ਗੱਲ ਕਰਾਂਗੇ ਆਪਾਂ ਤੇ ਉਹਦੀ ਆਰਗੇਨਾਈਜੇਸ਼ਨ ਕਿਵੇਂ ਕੀਤੀ ਜਾਂਦੀ ਹੈ, ਕਿਵੇਂ ਆਰਗੇਨਾਈਜ਼ ਕੀਤਾ ਜਾਂਦਾ ਕੰਪਿਊਟਰ ਨੂੰ, ਜਾਂ ਉਹਦੇ ਵਿੱਚ ਕੀ ਕੀ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਸੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗਾ ਕੰਪਿਊਟਰ ਕੁਝ ਡੈਫੀਨੇਸ਼ਨ ਦੇਣ ਲੱਗਿਆ। ਜਿਵੇਂ ਸਭ ਤੋਂ ਪਹਿਲਾਂ ਕੀ ਹੈ, ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਡਿਵਾਈਸ ਵਿਚ ਇਜ਼ ਕੈਪੇਬਲ ਫॉर ਐਂਟਰਿੰਗ ਡੇਟਾ ਐਜ਼ ਇਟਸ ਇਨਪੁਟ ਪ੍ਰੋਸੈਸ ਇਟ ਇੰਟਰਨਲੀ ਐਂਡ ਗਿਵ ਆਊਟਪੁੱਟ। ਜਿਵੇਂ ਆਪਾਂ ਪਹਿਲਾਂ ਵੀ ਲਾਸਟ ਚੈਪਟਰ ਦੇ ਵਿੱਚ ਵੀ ਇਹੀ ਡੈਫੀਨੇਸ਼ਨ ਪੜ੍ਹੀ ਸੀ ਕਿ ਕੰਪਿਊਟਰ ਦੇ ਵਿੱਚ ਆਪਾਂ ਕੀ ਕਰਦੇ ਹਾਂ, ਇੰਸਟਰਕਸ਼ਨ ਦਿੰਦੇ ਹਾਂ ਐਜ਼ ਏ ਇਨਪੁਟ ਅਤੇ ਉਹਦੇ ਉੱਤੇ ਪ੍ਰੋਸੈਸ ਕੀਤੀ ਜਾਂਦੀ ਹੈ ਅਤੇ ਆਫਟਰ ਪ੍ਰੋਸੈਸਿੰਗ ਉਹ ਕੀ ਚੀਜ਼ ਬਣ ਜਾਂਦੀ ਹੈ, ਯਾਨੀ ਕਿ ਤੁਹਾਨੂੰ ਕੀ ਪ੍ਰੋਵਾਈਡ ਕਰਦਾ, ਆਊਟਪੁੱਟ ਪ੍ਰੋਵਾਈਡ ਕਰਦਾ। ਸੋ ਜੋ ਆਪਣਾ ਸਿਲੇਬਸ ਦੇ ਅਕੋਰਡਿੰਗ ਆਪਣਾ ਜੋ ਚੈਪਟਰ ਪੁਆਇੰਟ ਸਟਾਰਟ ਹੁੰਦਾ ਉਹ ਹੁੰਦਾ ਕੰਪਿਊਟਰ ਆਰਗੇਨਾਈਜੇਸ਼ਨ, ਜਿਹਦੇ ਵਿੱਚ ਆਉਂਦਾ ਬਲੋਕ ਡਾਇਗਰਾਮ। ਬਲੋਕ ਡਾਇਗਰਾਮ ਦੇ ਵਿੱਚ ਕੀ ਚੀਜ਼ ਹੈ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ ਕਿ ਜਿਵੇਂ ਕੰਪਿਊਟਰ ਦੇ ਜੋ ਪਾਰਟ ਨੇ, ਜਿਵੇਂ ਕਿ ਮੇਨ ਪਾਰਟ ਕੰਪਿਊਟਰ ਦਾ ਆਪਾਂ ਜਿਹੜਾ ਬ੍ਰੇਨ ਹੈ, ਬ੍ਰੇਨ ਜਾਂ CPU ਕਹਿ ਲਓ, ਠੀਕ ਹੈ, ਉਹਦੇ ਵਿੱਚ ਕੀ ਮਤਲਬ ਕਿ ਕਿੱਦਾਂ ਪ੍ਰੋਸੈਸਿੰਗ ਹੁੰਦੀ ਹੈ, ਜੋ ਵੀ ਡੇਟਾ ਕਿਵੇਂ ਐਂਟਰ ਹੁੰਦਾ, ਆਫਟਰ ਦੈਟ ਕਿਵੇਂ ਆਊਟਪੁੱਟ ਆਉਂਦੀ ਹੈ। ਸੋ ਸਭ ਤੋਂ ਪਹਿਲਾਂ ਕਹਿੰਦਾ ਕੀ ਹੈ, ਕੰਪਿਊਟਰ ਕੈਨ ਵੇਰੀ ਇਨ ਸਾਈਜ਼, ਯਾਨੀ ਕਿ ਕੰਪਿਊਟਰ ਦੇ ਜਿਹੜੇ ਸਾਈਜ਼ ਨੇ ਉਹ ਡਿਫਰੈਂਟ ਹੁੰਦੇ ਨੇ। ਮੈਂ ਤੁਹਾਨੂੰ ਦੱਸਣਾ ਚਾਹੂੰਗਾ ਡਿਫਰੈਂਟ ਦਾ ਮਤਲਬ ਕੀ ਹੈ, ਅਲੱਗ-ਅਲੱਗ ਕੰਮ ਲਈ ਅਲੱਗ-ਅਲੱਗ ਪ੍ਰਕਾਰ ਦੇ ਕੰਪਿਊਟਰ ਯੂਜ਼ ਕੀਤੇ ਜਾਂਦੇ ਨੇ ਹੈਗੇ। ਅਲੱਗ-ਅਲੱਗ ਕੰਪਨੀ ਹੈ, ਅਲੱਗ-ਅਲੱਗ ਤੁਸੀਂ ਕਿਸੇ ਵੀ ਆਰਗੇਨਾਈਜੇਸ਼ਨ ਦੀ ਗੱਲ ਕਰੋ, ਠੀਕ ਹੈ, ਜਿਵੇਂ ਦੀ ਨੀਡ ਹੈ ਉਵੇਂ ਦਾ ਕੰਪਿਊਟਰ ਦਾ ਸਾਈਜ਼ ਹੋਊਗਾ, ਉਵੇਂ ਦੀ ਕੰਪਿਊਟਰ ਦੀ ਮੈਮਰੀ, ਉਵੇਂ ਦਾ ਕੰਪਿਊਟਰ ਦਾ ਜੋ ਵੀ ਹਾਰਡਵੇਅਰ ਹੈ, ਉਵੇਂ ਦੇ ਕੰਪਿਊਟਰ ਦੇ ਸੌਫਟਵੇਅਰ ਹੋਣਗੇ। ਤਾਂ ਕੰਪਿਊਟਰ ਕੈਨ ਵੇਰੀ ਇਨ ਸਾਈਜ਼, ਸਪੀਡ ਐਂਡ ਕਪੈਸਿਟੀ ਡਿਪੈਂਡਿੰਗ ਅਪੋਨ ਸਰਕਟ ਔਰ ਹਾਰਡਵੇਅਰ ਡਿਜ਼ਾਈਨ। ਜਿਹੜਾ ਕਿਹਦੇ ਡਿਪੈਂਡ ਕਰਦਾ, ਉਹਦੇ ਸਰਕਟ 'ਤੇ ਡਿਪੈਂਡ ਕਰਦਾ ਅਤੇ ਉਹਦੇ ਹਾਰਡਵੇਅਰ ਡਿਜ਼ਾਈਨ 'ਤੇ ਕਰਦਾ। ਬਟ ਇਟ ਹੈਜ਼ ਸੇਮ ਫੰਕਸ਼ਨਲ ਆਰਗੇਨਾਈਜੇਸ਼ਨ, ਯਾਨੀ ਕੰਪਿਊਟਰ ਨੂੰ ਜਾਣੀ ਕਿ ਆਪਾਂ ਕਹਿ ਸਕਦੇ ਜਿਵੇਂ ਆਰਗੇਨਾਈਜ਼ ਕੀਤਾ, ਜਿਵੇਂ ਜੋੜਿਆ ਜਾਂਦਾ, ਜਿਵੇਂ ਕੰਮ ਲਿੱਤਾ ਜਾਂਦਾ, ਉਹ ਸੇਮ ਪ੍ਰੋਸੈਸ ਹੀ ਹੈ। ਕੰਪਿਊਟਰ ਦੇ ਸਾਈਜ਼ ਵੱਖਰੇ ਨੇ, ਸਪੀਡ ਵੱਖਰੀ ਹੈ, ਕਪੈਸਿਟੀ ਵੱਖਰੀ ਹੈ, ਉਹਨਾਂ ਦੀ ਮੈਮਰੀ ਸਟੋਰੇਜ ਵੱਖਰੀ ਹੈ, ਸਭ ਕੁਛ ਅਲੱਗ-ਅਲੱਗ ਹੈ, ਲੇਕਿਨ ਜਿਹੜਾ ਉਹਨਾਂ ਦੀ ਫੰਕਸ਼ਨੈਲਿਟੀ ਹੈ ਉਹ ਕੀ ਹੈ, ਬਿਲਕੁਲ ਸੇਮ ਹੈ। ਸੋ ਬੇਸਿਕਲੀ ਕਹਿੰਦਾ ਦੇਰ ਆਰ 3 ਐਸੈਂਸ਼ੀਅਲ ਯੂਨਿਟਸ ਆਫ ਦਾ ਕੰਪਿਊਟਰ। ਦੀਜ਼ ਯੂਨਿਟ ਆਰ, ਪਹਿਲੀ ਯੂਨਿਟ ਹੈ ਜੀ ਇਨਪੁੱਟ, ਦੂਜੀ ਹੈ CPU, ਥਰਡ ਹੈ ਜੀ ਆਊਟਪੁੱਟ। ਹੁਣ ਆਪਾਂ ਇਹਨਾਂ ਇਕੱਲੇ ਬਾਰੇ ਆਪਾਂ ਕੀ ਕਰਾਂਗੇ, ਡਿਸਕਰਾਈਬ ਕਰਾਂਗੇ ਵਟ ਇਜ਼ ਇਨਪੁੱਟ, ਵਟ ਇਜ਼ ਆਊਟਪੁੱਟ। ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਬਲੋਕ ਡਾਇਗਰਾਮ ਦਾ ਜੋ ਚਾਰਟ ਹੈ ਉਹ ਕੀ ਹੈ। ਇਹਦੇ ਵਿੱਚ ਸਭ ਤੋਂ ਪਹਿਲਾਂ ਇਨਪੁੱਟ ਐਂਟਰ ਹੁੰਦੀ ਹੈ, ਫਿਰ CPU ਦੇ ਵਿੱਚ ਜਾਂਦੀ ਹੈ। ਤਾਂ CPU ਨੂੰ 3 ਚੀਜ਼ਾਂ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ, ਮੈਮਰੀ ਯੂਨਿਟ, ਠੀਕ ਹੈ, ਕੰਟਰੋਲ ਯੂਨਿਟ ਐਂਡ ALU, ਆਫਟਰ ਦੈਟ ਆਊਟਪੁੱਟ। ਸੋ ਇਹਦੇ ਬਾਰੇ ਵੀ ਆਪਾਂ ਡਿਸਕਸ ਅੱਗੇ ਕਰਾਂਗੇ, ਜਿਵੇਂ ਕਿ ਇਹਦੀ ਇਕੱਲੀ ਡਿਸਕਸ਼ਨ ਬਾਰੇ ਕਰਾਂਗੇ। ਇਹਦੇ ਵਿੱਚ ਕਹਿ ਕੀ ਰਿਹਾ ਹੈ, ਜੇ ਮੈਂ ਦੱਸਣਾ ਚਾਹੂੰਗਾ ਜਾਂ ਵਰਕਿੰਗ ਦੱਸੋ, ਇਹਦਾ ਪ੍ਰੋਗਰਾਮ ਔਰ ਡੇਟਾ ਇਜ਼ ਐਂਟਰ ਥਰੂ ਦਾ ਇਨਪੁੱਟ, ਜਿਹੜੀ ਕਿ ਕੋਈ ਵੀ ਇਨਪੁੱਟ ਕਿਹਦੇ ਦੁਆਰਾ ਐਂਟਰ ਹੁੰਦੀ ਹੈ, ਇਨਪੁੱਟਸ ਦੁਆਰਾ, ਇਨਪੁੱਟ ਯੂਨਿਟ ਦੁਆਰਾ, ਜਿਹਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਕੀਬੋਰਡ, ਮਾਊਸ ਐਟਸੈਟਰਾ। ਦਾ ਕੰਟਰੋਲ ਯੂਨਿਟ ਸੈਂਡ ਦਿਸ ਡੇਟਾ ਟੂ ਦਾ ਮੈਮਰੀ। ਹੁਣ ਕੰਟਰੋਲ ਯੂਨਿਟ ਇਹਦੇ ਵਿੱਚ ਮੇਨ ਰੋਲ ਪਲੇ ਕਰਦੀ ਹੈ, ਯਾਨੀ ਕੰਪਿਊਟਰ ਦੇ ਵਿੱਚ ਜਿਹੜੀ ਕੰਟਰੋਲ ਯੂਨਿਟ ਹੈ ਉਹ ਇੱਕ ਮੇਨ ਰੋਲ ਪਲੇ ਕਰ ਰਹੀ ਹੈ, ਜਿਹਦਾ ਕੰਮ ਕੀ ਹੈ, ਠੀਕ ਹੈ, ਸਾਰੇ ਕੰਟੈਂਟ ਨੂੰ, ਸਾਰੇ ਡੇਟਾ ਨੂੰ, ਸਾਰੀ ਚੀਜ਼ ਨੂੰ ਮੈਨੇਜ ਕਰਨਾ, ਕੰਟਰੋਲ ਕਰਨਾ। ਜਿਹਦੇ ਵਿੱਚ ਕੀ ਹੁੰਦਾ ਹੈ, ਦਿਸ ਕੰਟਰੋਲ ਯੂਨਿਟ ਸੈਂਡ ਦਿਸ ਡੇਟਾ ਟੂ ਦਾ ਮੈਮਰੀ ਯੂਨਿਟ, ਯਾਨੀ ਕਿੱਥੇ ਸੈਂਡ ਕੀਤਾ ਜਾਂਦਾ, ਸਭ ਤੋਂ ਪਹਿਲਾਂ ਮੈਮਰੀ ਯੂਨਿਟ ਦੇ ਵਿੱਚ ਜਾਂਦਾ ਕੰਟੈਂਟ, ਯਾਨੀ ਕਿ ਫॉर ਟੈਂਪਰੇਰੀ ਸਟੋਰੇਜ, ਜਿਹਨੂੰ ਆਪਾਂ RAM ਕਹਿ ਦਿੰਦੇ ਹਾਂ, ਠੀਕ ਹੈ, ਟੈਂਪਰੇਰੀ ਸਟੋਰੇਜ ਲਈ ਜਾਂਦਾ ਹੈ। ਦਿਸ ਟੈਂਪਰੇਰੀ ਸਟੋਰੇਜ ਡੇਟਾ ਇਜ਼ ਦੈਨ ਸੈਂਡ ਟੂ ਦਾ ALU। ਤਾਂ ਟੈਂਪਰੇਰੀ ਜਦੋਂ ਸਟੋਰ ਹੋ ਜਾਂਦਾ ਉਹ RAM ਦੇ ਵਿੱਚ ਜਾ ਕੇ ਉਸ ਤੋਂ ਬਾਅਦ ਉਹ ਕਿੱਥੇ ਚਲਾ ਜਾਂਦਾ, ALU ਕੋਲ, ਅਰਥਮੈਟੀਕਲ ਲੌਜੀਕਲ ਯੂਨਿਟ, ਜਿੱਥੇ ਆਪਾਂ ਅਰਥਮੈਟਿਕ ਫੰਕਸ਼ਨ ਕੀ ਕਰਦੇ ਹਾਂ, ਅਪਲਾਈ ਕਰਦੇ ਹਾਂ, ਠੀਕ ਹੈ। ALU ਪ੍ਰੋਸੈਸ ਦਿਸ ਡਾਟਾ, ALU ਉਹਦੇ 'ਤੇ ਪ੍ਰੋਸੈਸਿੰਗ ਕਰਦਾ ਉਸ ਡਾਟੇ ਦੇ ਉੱਤੇ, ਯਾਨੀ ਜੋ ਵੀ ਫੰਕਸ਼ਨ ਆਪਰੇਸ਼ਨ ਪਰਫੋਰਮ ਕਰਨਾ ਹੈ। ਦੈਨ ਦਿਸ ਪ੍ਰੋਸੈਸ ਡੇਟਾ ਇਜ਼ ਸੈਂਟ ਬੈਕ ਟੂ ਦਾ MU, ਯਾਨੀ ਦੁਬਾਰੇ ਫਿਰ ਡਾਟਾ ਕਿੱਥੇ ਚਲਾ ਜਾਂਦਾ, MU ਕੋਲ, ਯਾਨੀ ਮੈਮਰੀ ਯੂਨਿਟ ਕੋਲ। ਹੁਣ ਮੈਮਰੀ ਯੂਨਿਟ ਦਾ ਕੰਮ ਕੀ ਹੈ, ਜਾਂ ਤੁਹਾਨੂੰ ਪਰਮਾਨੈਂਟਲੀ ਸਟੋਰ ਕਰੇ ਇਹਦੇ ਅੰਦਰ, ਹਾਰਡ ਡਿਸਕ ਦੇ ਅੰਦਰ, ਠੀਕ ਹੈ, ਜਾਂ ਫਿਰ ਉਸ ਕੰਟੈਂਟ ਨੂੰ ਜੇ ਤੁਸੀਂ ਆਪਾਂ ਨੇ ਹਾਰਡ ਕਾਪੀ ਲੈਣੀ ਹੈ ਤਾਂ ਆਪਾਂ ਪ੍ਰਿੰਟਿੰਗ ਦੇ ਰੂਪ 'ਚ ਵੀ ਲੈ ਸਕਦੇ ਹਾਂ, ਅਤੇ ਨਹੀਂ ਫਿਰ ਕੰਟੈਂਟ ਕਿੱਥੇ ਚਲਾ ਜਾਂਦਾ, ਸਕਰੀਨ ਦੇ ਉੱਤੇ ਚਲਾ ਜਾਂਦਾ। ਆਫਟਰ ਸਟੋਰੇਜ, ਪਰਮਾਨੈਂਟਲੀ ਸਟੋਰੇਜ ਤੋਂ ਬਾਅਦ ਕਿੱਥੇ ਚਲਾ ਜਾਂਦਾ, ਉਹ ਆਊਟਪੁੱਟ ਦੇ ਵਿੱਚ, ਆਊਟਪੁੱਟ ਡਿਵਾਈਸ ਕੋਲ, ਜਿਹਦੇ ਵਾਸਤੇ ਆਪਾਂ ਕੀ ਯੂਜ਼ ਕਰਦੇ ਹਾਂ, ਮੋਨੀਟਰ ਯੂਜ਼ ਕਰਦੇ ਹਾਂ। ਸੋ ਡਿਫਰੈਂਟ ਯੂਨਿਟ ਆਫ ਕੰਪਿਊਟਰ। ਹੁਣ ਇਕੱਲੀ ਯੂਨਿਟ ਬਾਰੇ ਆਪਾਂ ਡਿਸਕਸ ਕਰਾਂਗੇ। ਪਹਿਲੀ ਆਉਂਦੀ ਹੈ ਇਨਪੁੱਟ ਯੂਨਿਟ। ਕਹਿੰਦਾ ਕਿ ਇਨਪੁੱਟ ਯੂਨਿਟ ਇਜ਼ ਦਾ ਯੂਨਿਟ ਥਰੂ ਵਿਚ ਡੇਟਾ ਐਂਡ ਇੰਸਟਰਕਸ਼ਨ ਆਰ ਐਂਟਰ ਇਨ ਟੂ ਦਾ ਕੰਪਿਊਟਰ। ਇਨਪੁੱਟ ਯੂਨਿਟ ਕੀ ਹੈ, ਜਿਹਦੇ ਵਿੱਚ ਕੀ ਕਰਦੇ ਹਾਂ, ਡੇਟਾ ਅਤੇ ਇੰਸਟਰਕਸ਼ਨਾਂ ਕੀ ਕਰਦੀਆਂ ਨੇ, ਐਂਟਰ ਕਰਦੀਆਂ ਨੇ ਕਿਹਦੇ ਅੰਦਰ, ਕੰਪਿਊਟਰ ਦੇ ਅੰਦਰ। ਐਨ ਇਨਪੁੱਟ ਡਿਵਾਈਸ ਕਨਵਰਟ ਦਿਸ ਡੇਟਾ। ਹੁਣ ਇਨਪੁੱਟ ਡਿਵਾਈਸ ਦਾ ਕੰਮ ਕੀ ਹੈ, ਕਨਵਰਟ ਦਿਸ ਡੇਟਾ, ਜੋ ਡੇਟਾ ਆਪਾਂ ਐਂਟਰ ਕਰਾਂਗੇ, ਇੰਸਟਰਕਸ਼ਨ ਐਂਟਰ ਕਰ ਰਹੇ ਹਾਂ, ਉਹ ਕਿਹਦੇ ਵਿੱਚ ਕਨਵਰਟ ਹੋ ਜਾਂਦੀਆਂ ਨੇ, ਬਾਈਨਰੀ ਫਾਰਮ,
फॉर एक्सेप्टेंस बाय द कंप्यूटर, क्योंकि कंप्यूटर कैन अंडरस्टैंड ओनली वन लैंग्वेज, दैट इज़ अ बाइनरी लैंग्वेज, 0 एंड 1 फॉर्म। सो सारा कंटेंट किहदे च कन्वर्ट हो जाता है, बाइनरी लैंग्वेज। ठीक है, उस तो बाद की कह रहा है, दस मोस्ट कॉमनली यूज इनपुट डिवाइसिस है कीबोर्ड। ज़्यादातर आप ज़्यादातर डिवाइस यूज़ करते हैं इनपुट लिए, वो किहड़ा यूज़ करते हैं आप, कीबोर्ड। उस तो बाद CPU आ जाती गल आ जाती है, यानी आप जो मेन मैं तुहानूं दस रहा भी ब्लॉक डायग्राम के अकॉर्डिंग आप गल करते हैं CPU की। द CPU इज़ द ब्रेन ऑफ कंप्यूटर। CPU की है, कंप्यूटर का ब्रेन है। इट्स मेन फंक्शन इज़ टू एग्जीक्यूट प्रोग्राम। यदा काम की है, सारे प्रोग्राम नूं की करना, एग्जीक्यूट करना, यानी कि आउटपुट के रूप में लैके जाना। CPU कैन आल्सो कंट्रोल द ऑपरेशनस ऑफ ऑल अदर। CPU दे विच की कीता जांदा है, सारे जिहड़े भी ऑपरेशन परफॉर्म किए उन्होंने की कीता जांदा, कंट्रोल किया जांदा, किहदे द्वारा, कंट्रोल यूनिट द्वारा। अदर कंपोनेंट्स सच एज मैमरी नूं कंट्रोल किया जांदा, इनपुट आउटपुट डिवाइस नूं कंट्रोल किया जांदा। अंडर इट्स कंट्रोल प्रोग्राम एंड डेटा आर स्टोर इन द मैमरी एंड आउटपुट डिस्पले ऑन द स्क्रीन। यानी ये जिवें तुहानूं पहलां दस के हटिया भी डेटा पहलां कित्थे जांदा है, कंट्रोल यूनिट सेंड करती है मैमरी यूनिट नूं, मैमरी टैंपरेरी स्टोर करके सेंड कर दिंदी है ALU नूं, ALU दा ऑपरेशन परफॉर्म करके बैक सेंड कर दिंदा है किनूं, अपने मैमरी यूनिट नूं, यानी परमानेंट स्टोरेज दी। आफ्टर दैट कंटेंट कित्थे डिस्पले कर दिता जाता है, स्क्रीन के उत्ते जां प्रिंट के रूप भी आप लै सकते हैं। सो तीन मेन चीज़ां नेगियां, ALU अर्थमैटिकल लॉजिकल यूनिट, CU कंट्रोल यूनिट एंड MU मैमरी यूनिट। सो इन दे बारे मैं दो चीज़ों बारे डिस्कस करन लग्या। नैक्सट पार्ट देखो, ALU इट इज़ ए यूनिट वेयर द एक्चुअल एग्जीक्यूशन ऑफ द इंस्ट्रक्शन टेक प्लेस। जिथे आप एक्चुअल एग्जीक्यूशन जां आप एक्चुअली ऑपरेशन परफॉर्म करते हैं, जिथे अर्थमैटिकल ऑपरेशन परफॉर्म किया जाता है, आप कह सकते हैं अर्थमैटिकल कैलकुलेशन की जाती है। ऑल द अर्थमैटिकल कैलकुलेशन, एडिशन, सबट्रैक्शन, मल्टीप्लीकेशन एंड डिवीजन एज वैल एज लॉजिकल मतलब जिवें आप साइन कोड वगैरह अजकल यूज़ करते हैं, साइंटिफिक आप जो फॉर्मूले होंगे ने अप्लाई कर सकते हैं, ये सारे किहदे द्वारा किए जाते हैं, ALU यूनिट द्वारा। उस तो बाद आती है गल कंट्रोल यूनिट की। कंट्रोल यूनिट ऑल द एक्टिविटी ऑफ द कंप्यूटर का काम की है, कंट्रोल यूनिट का काम की है, सारी एक्टिविटी की करना, कंट्रोल करना, किहदियां, कंप्यूटर दियां। इट्स प्राइमरी फंक्शन, इसका पहला काम की है, आर टू सिलैक्ट एंड इंटरप्रेट इंस्ट्रक्शन एंड टू सेंड एप्रोप्रीएट सिग्नल टू द अदर यूनिट इन द कंप्यूटर फॉर देयर एग्जीक्यूशन। यानी इसका काम की है, पहला तो चीज़ को सिलैक्ट करना, यानी प्राइमरी फंक्शन है भी पहला प्राइमरी मैमरी स्टोर करना, फिर उन्होंने उत्थे भेजना जिथे उन्हें जाना है। कहने का मीनिंग की है, जे आप अर्थमैटिकल लॉजिकल फंक्शन अप्लाई करना वो, जे ऑपरेटिंग सिस्टम द्वारा कोई काम करवाना तो वो, जिमें का भी वो कोई भी आपने ऑपरेशन परफॉर्म करना, उसके अकॉर्डिंग डेटे को करैक्ट पोजीशन यानी कि करैक्ट एप्रोप्रीएट किया, ये वास्ते वर्ड यूज़ किया है कि वो सही लोकेशन के उत्ते उन्होंने सेंड करना। CU इज़ यूज टू कंट्रोल ईच एंड एवरी पार्ट ऑफ द कंप्यूटर। CU की करता है, हर एक पार्ट में कंट्रोल करता है कंप्यूटर के, भावें किहड़े मर्जी ने। जे ये फंक्शनस लिखने हो तो वह भी लिख सकते हो, ठीक है। बाकी इन्ना तुहानूं डिस्क्राइब करने की लोड़ नहीं हैगी ये, क्योंकि आप सिर्फ ये जो लॉन्ग क्वेश्चन बनता तो ये बहुत सारिया चीज़ां पईयां ने जी, क्योंकि सेकेंडरी मैमरी की भी गल होगी जी। सो मैमरी यूनिट का काम की है, मैमरी यूनिट कैन ऑल्सो भी कॉल्ड एज ए स्टोरेज यूनिट, आप स्टोरेज यूनिट भी कह सकते हैं। एंड इज यूज टू स्टोर एंड रिट्राइव इंस्ट्रक्शन एंड डेटा। इसका काम की है, स्टोर करना, ठीक है, तो इंस्ट्रक्शन को रिट्राइव करना, यानी कि जिमें कुछ चीज़ां पहले तो स्टोर पईयां होंदियां ने, उन्होंने आपां नूं ओपन करना है, उन्होंने एडिट करना है, उन्होंने आपां जिमें भी देखना है, वो वास्ते आप यूज़ करते हैं मैमरी यूनिट। MU कैन बी क्लासीफाई इनटू 2 कैटेगरी, इन्हों टू पार्ट के डिवाइड कर दिया गया अगे, यानी कि एक प्राइमरी मैमरी, एक सैकेंडरी मैमरी। प्राइमरी मैमरी इज़ द टैंपरेरी मैमरी, सैकेंडरी मैमरी इज़ द परमानेंट मैमरी। सो एज इट्स नेम सुजैस्ट, प्राइमरी मैमरी इज़ ए मैमरी विच इज़ प्रेजेंट ऑटोमैटिकली इनसाइड द कंप्यूटर, जो कितने प्रेजेंट होंगी इनसाइड द कंप्यूटर, ऑटोमैटिक कितने प्रेजेंट होंगी है, यानी कि पहला तो ही फिक्स है, क्योंकि रैम थोड़ी थोड़े फोन के अंदर भी मिलती है। दिस मैमरी इज एक्सैस डायरैक्टली बाय द कंप्यूटर ऑफ द CPU, किहदे द्वारा एक्सैस किया जाता है, इनू कंप्यूटर के CPU द्वारा, यानी कि स्पीड को फास्ट करना, ठीक है, उन्हें चलाना, सारा काम किहदे द्वारा एक्सैस किया जाता है, यानी कि तुहाडे कंप्यूटर द्वारा। इट इज़ मेड अप ऑफ मेनली सैमीकंडक्टर मैमरीज, ਜਾਂ मटीरियल लिख लियो इत्थे, ये किहदे द्वारा बनाया जाता है, इनू सैमीकंडक्टर मटीरियल द्वारा इनू बनाया जाता है। देर आर 2 टाइप, वन इज़ रैम, सैकेंड वन इज़ अ रोम। इन्हां बारे आप डिस्कस करांगे जो आप नैक्सट पार्ट आप जो मैमरी कंसैप्ट पढ़ांगे। सैकेंडरी मैमरी, ये मैमरी दैट इज़ नॉट टू बी डायरैक्टली एक्सैस बाय द CPU, जिहड़ी मैमरी नूं किहदे द्वारा एक्सैस नहीं किया जा सकता डायरैक्टली CPU द्वारा, दैट इज़ कॉल्ड सैकेंडरी मैमरी। इट इज़ ए नॉन वोलेटाइल, इनू कह सकते हैं। द इनफॉर्मेशन और डेटा
फ्रॉम दीज मैमरीज फस्ट ट्रांसफर टू द रैम। कोई भी इन्फॉर्मेशन ਜਾਂ ਕੋਈ ਵੀ ਡੇਟਾ ਸਭ ਤੋਂ ਪਹਿਲਾਂ ਟਰਾਂਸਫਰ ਹੋਊਗਾ ਰੈਮ ਕੋਲੇ, ਤਾਂ ਕਿ ਉਹ ਮੇਨ ਮੈਮਰੀ ਦੇ ਵਿੱਚ ਐਕਸੈਸ ਕੀਤਾ ਜਾ ਸਕੇ। ਐਂਡ ਦੈਨ ਕੈਨ ਬੀ ਐਕਸੈਸ ਬਾਈ ਦਾ CPU। ਉਸ ਤੋਂ ਬਾਅਦ ਇਹਨੂੰ ਕਿਹਦੇ ਵਿੱਚ ਐਕਸੈਸ ਕੀਤਾ ਜਾ ਸਕਦਾ ਹੈ? ਹਾਰਡ ਡਿਸਕ ਦੇ ਵਿੱਚ, ਫਲੋਪੀ ਡਿਸਕ ਦੇ ਵਿੱਚ, ਮੈਗਨੈਟਿਕ ਟੇਪ, ਮੈਗਨੈਟਿਕ ਡਿਸਕ, CD-ROM, ਤੁਹਾਡੇ ਪੈਨ ਡਰਾਈਵ ਐਟਸੈਕਟਰਾ ਜਾਂ ਚਿਪ ਵੀ ਕਹਿ ਸਕਦੇ ਹੋ। ਸੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਆਊਟਪੁੱਟ ਦੀ। ਦਾ ਆਊਟਪੁੱਟ ਯੂਨਿਟ ਰਿਸੀਵ ਦਾ ਸਟੋਰੇਜ ਰਿਜ਼ਲਟ। ਆਊਟਪੁੱਟ ਦਾ ਕੰਮ ਕੀ ਹੈ? ਜਿਹੜੀ ਆਊਟਪੁੱਟ ਯੂਨਿਟ ਹੈ ਉਹ ਰਿਸੀਵ ਕਰਦੀ ਹੈ ਕਿਹਨੂੰ? ਦਾ ਡੇਟਾ ਸਟੋਰ, ਜਿਹੜਾ ਕਿੱਥੇ ਹੈ? ਸਟੋਰ ਡੇਟਾ ਹੈ ਕਿਹਦੇ ਅੰਦਰ? ਮੈਮਰੀ ਯੂਨਿਟ ਦੇ ਅੰਦਰ। ਐਂਡ ਕਨਵਰਟ ਇਟ ਇਨਟੂ ਏ ਫਾਰਮ ਦਾ ਯੂਜ਼ਰ ਕੈਨ ਅੰਡਰਸਟੈਂਡ। ਅਤੇ ਕਨਵਰਟ ਕਰਦੀ ਹੈ ਉਸ ਭਾਸ਼ਾ ਦੇ ਵਿੱਚ ਜਿਹਦੇ ਵਿੱਚ ਯੂਜ਼ਰ ਅੰਡਰਸਟੈਂਡ ਕਰ ਸਕਦਾ ਹੈ, ਕਿਉਂਕਿ ਇਹਦਾ ਕੋਈ ਵੀ ਕੰਪਿਊਟਰ ਦੇ ਵਿੱਚ ਜਿਹੜਾ ਕੰਮ ਹੁੰਦਾ ਜਾਂ ਕੋਈ ਵੀ ਟਾਸਕ ਹੁੰਦਾ ਉਹ ਹਮੇਸ਼ਾ ਕਿਸ ਲੈਂਗੁਏਜ ਦੇ ਵਿੱਚ ਪਰਫੋਰਮ ਕੀਤਾ ਜਾਂਦਾ ਹੈ? ਬਾਈਨਰੀ ਲੈਂਗੁਏਜ ਦੇ ਵਿੱਚ। ਠੀਕ ਹੈ। ਉਸ ਤੋਂ ਬਾਅਦ ਉਹਨੂੰ ਫੇਰ ਕਨਵਰਟ ਕਰ ਦਿੱਤਾ ਜਾਂਦਾ ਕਿਸ ਫਾਰਮ ਦੇ ਵਿੱਚ? ਯੂਜ਼ਰ ਦੀ ਫਾਰਮ ਦੇ ਵਿੱਚ, ਯਾਨੀ ਕਿ ਯੂਜ਼ਰ ਉਹਨੂੰ ਈਜ਼ਲੀ ਅੰਡਰਸਟੈਂਡ ਕਰ ਸਕੇ। ਐਂਡ ਥਰੂ ਆਊਟਪੁੱਟ ਡਿਵਾਈਸ ਪ੍ਰਿੰਟ ਔਰ ਪ੍ਰੋਡਿਊਸ ਇਟ ਇਨ ਦਾ ਡਿਜ਼ਾਇਰ ਫਾਰਮੈਟ। ਡਿਜ਼ਾਇਰ ਫਾਰਮੈਟ ਹੁੰਦਾ ਜਿਵੇਂ ਦੀ ਆਪਾਂ ਇਨਪੁੱਟ ਦਿੱਤੀ ਹੈ, ਜਿਵੇਂ ਦੀ ਆਪਣੀ ਆਊਟਪੁੱਟ ਦੀ ਆਪਣੀ ਡਿਮਾਂਡ ਸੀਗੀ, ਉਵੇਂ ਦੀ ਆਊਟਪੁੱਟ ਦੇ ਅਕੋਰਡਿੰਗ ਉਹਨੂੰ ਤੁਹਾਨੂੰ ਰਿਜ਼ਲਟ ਪ੍ਰੋਵਾਈਡ ਕਰ ਦਿੱਤਾ ਜਾਂਦਾ। ਸਮ ਆਊਟਪੁੱਟ ਡਿਵਾਈਸਿਸ ਆਰ ਜਨਰਲੀ ਯੂਜ਼। ਸਭ ਤੋਂ ਪਹਿਲਾਂ ਯਾਨੀ ਕਿ ਇਹਨਾਂ ਨੇ ਦਿੱਤਾ ਵੀਡੀਓ, ਜਿਹਨੂੰ ਆਪਾਂ ਵਿਜ਼ੂਅਲ ਡਿਸਪਲੇ ਯੂਨਿਟ ਕਹਿ ਦਿੰਦੇ ਹਾਂ, ਜਿਵੇਂ ਆਪਾਂ ਮੋਨੀਟਰ ਕਹਿ ਦਿੰਦੇ ਹਾਂ, DVD